ਸਤਿ ਸ਼੍ਰੀ ਅਕਾਲ ਜੀ। ਮੇਰੇ ਪਤੀ ਦੀ ਚਾਚੀ ਦਿਖਣ ਵਿੱਚ ਬਹੁਤ ਹੀ ਸੋਹਣੀ ਸੀ, ਪਰ ਉਸ ਦਾ ਐਕਸੀਡੈਂਟ ਹੋ ਗਿਆ ਸੀ, ਇਸ ਲਈ ਉਹ ਚੱਲ ਫਿਰ ਨਹੀਂ ਸਕਦੀ ਸੀ। ਮੇਰਾ ਪਤੀ ਰੋਜ਼ ਉਸ ਦੇ ਕਮਰੇ ਵਿੱਚ ਜਾਂਦਾ ਤੇ ਅੰਦਰ ਤੋਂ ਦਰਵਾਜ਼ਾ ਬੰਦ ਕਰ ਲੈਂਦਾ ਸੀ। ਇੱਕ ਦਿਨ ਚਾਚੀ ਹਸਪਤਾਲ ਗਈ ਹੋਈ ਸੀ ਤਾਂ ਮੈਂ ਉਸ ਦੇ ਕਮਰੇ ਵਿੱਚ ਲੁਕਾ ਕੇ ਕੈਮਰੇ ਲਗਾ ਦਿੱਤੇ। ਦੂਜੇ ਦਿਨ ਜਦ ਮੈਂ ਆਪਣੇ ਮੋਬਾਈਲ ਵਿੱਚ ਵੇਖਿਆ ਤਾਂ ਉਹ ਸਭ ਕੁਝ ਵੇਖ ਕੇ ਮੇਰੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ। ਸਾਡੇ ਵਿਆਹ ਨੂੰ ਅਜੇ 8 ਮਹੀਨੇ ਹੀ ਹੋਏ ਸੀ ਤੇ ਇਸ ਦੌਰਾਨ ਮੈਂ ਆਪਣੇ ਪਤੀ ਰੋਹਨ ਵਿੱਚ ਕਈ ਬਦਲਾਵ ਦੇਖੇ। ਉਹ ਮੇਰੀਆਂ ਗੱਲਾਂ ਨਾਲੋਂ ਆਪਣੀ ਚਾਚੀ ਦੀਆਂ ਗੱਲਾਂ ਨੂੰ ਜ਼ਿਆਦਾ ਮਹੱਤਵ ਦਿੰਦਾ ਸੀ। ਇਸ ਗੱਲ ਦਾ ਮੈਨੂੰ ਬਹੁਤ ਬੁਰਾ ਲੱਗਦਾ ਸੀ। ਛੋਟੀ ਛੋਟੀ ਗੱਲ ਵੀ ਉਹ ਆਪਣੀ ਚਾਚੀ ਨੂੰ ਦੱਸਦਾ ਤੇ ਮੇਰੀ ਵੱਡੀ ਤੋਂ ਵੱਡੀ ਪਰੇਸ਼ਾਨੀ ਨੂੰ ਵੀ ਅਣਵੇਖਿਆ ਕਰ ਦਿੰਦਾ ਸੀ। ਪਹਿਲਾਂ ਤਾਂ ਮੈਨੂੰ ਲੱਗਿਆ ਕਿ 15 ਸਾਲ ਪੁਰਾਣੇ ਰਿਸ਼ਤੇ ਦਾ ਮੋਹ ਆਉਂਦਾ ਹੀ ਹੈ, ਪਰ ਸ਼ਾਇਦ ਪਤਨੀ ਆਉਣ ਨਾਲ ਕੁਝ ਘੱਟ ਹੋ ਜਾਵੇ, ਪਰ ਅਜਿਹਾ ਕੁਝ ਨਹੀਂ ਹੋਇਆ। ਹੁਣ ਤਾਂ ਮੈਨੂੰ ਉਹਨਾਂ ਉੱਤੇ ਸ਼ੱਕ ਹੋਣ ਲੱਗਿਆ ਸੀ। ਚਾਚੀ ਇੰਨੀ ਸੋਹਣੀ ਸੀ ਕਿ ਕੋਈ ਵੀ ਉਸ ਨੂੰ ਵੇਖ ਕੇ ਉਹਦੇ ਪਿਆਰ ਵਿੱਚ ਪੈ ਸਕਦਾ ਸੀ। ਇੱਕ ਦਿਨ ਜਦ ਮੈਂ ਸਵੇਰੇ ਉੱਠੀ ਤਾਂ ਵੇਖਿਆ ਕਿ ਮੇਰਾ ਪਤੀ ਆਪਣੀ ਚਾਚੀ ਦੇ ਕਮਰੇ ਵਿੱਚੋਂ ਬਾਹਰ ਆ ਰਿਹਾ ਸੀ ਤੇ ਮੈਨੂੰ ਵੇਖ ਕੇ ਡਰ ਜਿਹਾ ਗਿਆ ਤੇ ਸਿੱਧਾ ਬਾਥਰੂਮ ਵਿੱਚ ਚਲਾ ਗਿਆ। ਹੁਣ ਮੇਰੇ ਤੋਂ ਰਿਹਾ ਨਾ ਗਿਆ। ਜਦ ਉਹ ਬਾਹਰ ਆਇਆ ਤਾਂ ਮੈਂ ਗੁੱਸੇ ਨਾਲ ਉਸ ਨੂੰ ਬੋਲੀ ਕਿ ਜਦ ਤੁਸੀਂ ਆਪਣੀ ਚਾਚੀ ਨਾਲ ਹੀ ਇਹ ਸਭ ਕੁਝ ਕਰਨਾ ਸੀ ਤਾਂ ਮੇਰੇ ਨਾਲ ਵਿਆਹ ਕਿਉਂ ਕੀਤਾ। ਇੰਨਾ ਸੁਣਦੇ ਹੀ ਉਸ ਨੇ ਮੇਰੇ ਇੱਕ ਜ਼ੋਰਦਾਰ ਥੱਪੜ ਮਾਰਿਆ ਤੇ ਕਹਿਣ ਲੱਗਿਆ, ਅੱਜ ਤੋਂ ਬਾਅਦ ਜੇ ਚਾਚੀ ਦੇ ਬਾਰੇ ਇੱਕ ਵੀ ਸ਼ਬਦ ਹੋਰ ਬੋਲਿਆ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ। ਮੈਂ ਆਪਣੇ ਕਮਰੇ ਵਿੱਚ ਰੋਂਦੀ ਰਹੀ ਤੇ ਉਹ ਮੈਨੂੰ ਬਿਨਾਂ ਕੁਝ ਕਹੇ ਹੀ ਬਿਨਾਂ ਕੁਝ ਖਾਧੇ ਆਪਣੇ ਆਫਿਸ ਲਈ ਨਿਕਲ ਗਿਆ। ਪਰ ਮੈਥੋਂ ਹੁਣ ਹੋਰ ਬਰਦਾਸ਼ਤ ਨਹੀਂ ਹੋ ਰਿਹਾ ਸੀ। ਮੈਂ ਆਪਣਾ ਸਮਾਨ ਪੈਕ ਕੀਤਾ ਤੇ ਆਪਣੇ ਪੇਕੇ ਚਲੀ ਗਈ। ਚਾਚੀ ਨੇ ਮੈਨੂੰ ਜਾਂਦੀ ਨੂੰ ਪੁੱਛਿਆ ਕਿ ਕੀ ਹੋਇਆ, ਕਿੱਥੇ ਜਾ ਰਹੀ ਹਾਂ। ਮੈਂ ਕੋਈ ਜਵਾਬ ਨਹੀਂ ਦਿੱਤਾ। ਰੋਹਨ ਵੀ ਫੋਨ ਤੇ ਫੋਨ ਕਰੀ ਜਾ ਰਿਹਾ ਸੀ, ਪਰ ਮੈਂ ਉਸ ਦਾ ਵੀ ਫੋਨ ਨਹੀਂ ਚੁੱਕਿਆ ਤੇ ਘਰ ਆਉਂਦੇ ਹੀ ਮੈਂ ਆਪਣਾ ਫੋਨ ਸਵਿਚ ਆਫ ਕਰ ਦਿੱਤਾ ਸੀ ਤੇ ਮਾਂ ਨੂੰ ਸਭ ਕੁਝ ਸਾਫ਼-ਸਾਫ਼ ਦੱਸ ਦਿੱਤਾ। ਮਾਂ ਵੀ ਕਹਿਣ ਲੱਗੀ ਕਿ ਸੀਤਲ, ਤੂੰ ਬਿਲਕੁਲ ਠੀਕ ਕੀਤਾ ਆ। ਹੁਣ ਤੂੰ ਉਸ ਘਰ ਵਿੱਚ ਕਦਮ ਤਾਂ ਰੱਖੇਂਗੀ ਜਦ ਰੋਹਨ ਉਸ ਚੁੜੇਲ ਤੋਂ ਅਲੱਗ ਹੋ ਕੇ ਤੇਰੇ ਨਾਲ ਰਹਿਣ ਲਈ ਤਿਆਰ ਹੋਵੇਗਾ। ਹੋਰ ਕਿਸੇ ਚੀਜ਼ ਦੀ ਕਮੀ ਹੈ ਰੋਹਨ ਦੇ ਘਰ ਵਿੱਚ? ਮੇਰੀ ਛੋਟੀ ਭੈਣ ਜੋਤੀ ਮੈਨੂੰ ਪੁੱਛਣ ਲੱਗੀ, ਕਿਉਂਕਿ ਉਸ ਦੇ ਵਿਆਹ ਨੂੰ ਵੀ 3 ਮਹੀਨੇ ਰਹਿ ਗਏ ਸਨ। ਮੈਨੂੰ ਵੇਖ ਕੇ ਉਸ ਨੂੰ ਸਹੁਰਿਆਂ ਦੇ ਨਾਮ ਤੋਂ ਹੀ ਡਰ ਲੱਗਣ ਲੱਗ ਪਿਆ ਸੀ। ਅਸੀਂ ਸਾਰੇ ਖਾਣਾ ਖਾਣ ਬੈਠ ਗਏ। ਮੈਂ ਆਪਣਾ ਫੋਨ ਜਿਵੇਂ ਹੀ ਔਨ ਕੀਤਾ, ਰੋਹਨ ਦਾ ਫੋਨ ਫਿਰ ਤੋਂ ਆਉਣ ਲੱਗਿਆ, ਪਰ ਮੈਂ ਉਸ ਦਾ ਫੋਨ ਨਹੀਂ ਚੁੱਕਿਆ। ਖਾਣਾ ਖਾਣ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਆ ਗਈ। ਫਿਰ ਤੋਂ ਰੋਹਨ ਦਾ ਫੋਨ ਵੱਜਿਆ। ਜਦ ਮੈਂ ਫੋਨ ਚੁੱਕਿਆ ਤਾਂ ਕਹਿਣ ਲੱਗਿਆ, ਸ਼ੀਤਲ, ਧਿਆਨ ਰੱਖੀ, ਤੂੰ ਆਪਣੀ ਮਰਜ਼ੀ ਨਾਲ ਗਈ ਆ ਤਾਂ ਆਵੇਂਗੀ ਵੀ ਆਪਣੀ ਮਰਜ਼ੀ ਨਾਲ। ਮੈਂ ਤੈਨੂੰ ਲੈਣ ਨਹੀਂ ਆਵਾਂਗਾ। ਮੈਨੂੰ ਵੈਸੇ ਵੀ ਬਹੁਤ ਗੁੱਸਾ ਆ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਤੁਸੀਂ ਮੈਨੂੰ ਲੈਣ ਕਿਉਂ ਆਓਗੇ? ਤੁਹਾਨੂੰ ਮੇਰੀ ਕੀ ਜ਼ਰੂਰਤ ਆ? ਤੇਰੀ ਚਾਚੀ ਹੈ ਤਾਂ ਸਹੀ। ਕਰੋ ਹੁਣ ਦੋਨੋਂ ਮਜ਼ੇ। ਮੈਂ ਤਾਂ ਹੁਣ ਉਸ ਘਰ ਵਿੱਚ ਇੱਕ ਕਦਮ ਵੀ ਨਹੀਂ ਰੱਖਾਂਗੀ। ਇਸ ਗੱਲ ਨੂੰ 2 ਮਹੀਨੇ ਤੋਂ ਵੀ ਵੱਧ ਦਾ ਸਮਾਂ ਬੀਤ ਚੁੱਕਾ ਸੀ। ਮੈਂ ਰੋਹਨ ਦੀ ਰਾਹ ਵੇਖਦੀ ਸੀ, ਪਰ ਉਹ ਮੈਨੂੰ ਲੈਣ ਨਹੀਂ ਆਇਆ। ਉਹ ਆਉਂਦਾ ਵੀ ਕਿਉਂ? ਜਦ ਇੰਨੀ ਸੋਹਣੀ ਔਰਤ ਉਸ ਕੋਲ ਸੀ ਤਾਂ ਉਸ ਨੂੰ ਮੇਰੇ ਜਿਹੀ ਸਧਾਰਨ ਔਰਤ ਦੀ ਕੀ ਜ਼ਰੂਰਤ ਸੀ? ਮੈਂ ਬਹੁਤ ਉਦਾਸ ਤੇ ਦੁਖੀ ਰਹਿਣ ਲੱਗੀ। ਮੈਨੂੰ ਵੇਖ ਕੇ ਮੇਰੇ ਘਰ ਵਾਲੇ ਵੀ ਪਰੇਸ਼ਾਨ ਰਹਿਣ ਲੱਗੇ। ਮੇਰੀ ਛੋਟੀ ਭੈਣ ਦੇ ਵਿਆਹ ਵਿੱਚ ਮਹੀਨਾ ਹੀ ਰਹਿ ਗਿਆ ਸੀ। ਇੱਕ ਦਿਨ ਪਾਪਾ ਮੈਨੂੰ ਕਹਿਣ ਲੱਗੇ ਕਿ ਤੇਰੀ ਛੋਟੀ ਭੈਣ ਦੇ ਵਿਆਹ ਤੋਂ ਬਾਅਦ ਮੈਂ ਖੁਦ ਰੋਹਨ ਕੋਲ ਜਾ ਕੇ ਗੱਲ ਕਰਾਂਗਾ ਤੇ ਜੇ ਉਹ ਤੈਨੂੰ ਅਪਣਾਉਣ ਲਈ ਤਿਆਰ ਨਹੀਂ ਹੋਇਆ ਤਾਂ ਮੈਂ ਉਸ ਨੂੰ ਫਿਰ ਆਪਣੇ ਤਰੀਕੇ ਨਾਲ ਸਮਝਾਵਾਂਗਾ। ਮੈਂ ਕੁਝ ਨਹੀਂ ਕਿਹਾ, ਪਰ ਮੈਂ ਕਿਸੇ ਵੀ ਤਰ੍ਹਾਂ ਦਾ ਕੋਈ ਤਮਾਸ਼ਾ ਕਰਨਾ ਨਹੀਂ ਚਾਹੁੰਦੀ ਸੀ। ਮੇਰੇ ਮਨ ਵਿੱਚ ਹਰ ਵਕਤ ਡਰ ਲੱਗਿਆ ਰਹਿੰਦਾ ਸੀ। ਹੁਣ ਮੇਰੀ ਛੋਟੀ ਭੈਣ ਦੇ ਵਿਆਹ ਨੂੰ ਵੀ ਕੁਝ ਹੀ ਦਿਨ ਰਹਿ ਗਏ ਸਨ। ਇੱਕ ਦਿਨ ਮੈਂ ਖੁਦ ਹੀ ਰੋਹਨ ਨੂੰ ਫੋਨ ਕੀਤਾ। ਮੈਂ ਰੋਹਨ ਨੂੰ ਕਿਹਾ, ਕੀ ਤੁਸੀਂ ਵਿਆਹ ਵਿੱਚ ਨਹੀਂ ਆਓਗੇ? ਉਸ ਨੇ ਕਿਹਾ ਕਿ ਮੈਨੂੰ ਇਹੀ ਨਹੀਂ ਪਤਾ ਕਿ ਕਿਸ ਦਾ ਵਿਆਹ ਆ। ਮੇਰੀ ਛੋਟੀ ਭੈਣ ਦਾ ਵਿਆਹ ਆ। ਤੁਸੀਂ ਦਮਾਦ ਹੋ ਇਸ ਘਰ ਦੇ। ਜਦ ਮੈਨੂੰ ਕਿਸੇ ਨੇ ਸੱਦਿਆ ਹੀ ਨਹੀਂ ਤਾਂ ਮੈਂ ਕਿਵੇਂ ਆਵਾਂਗਾ? ਤੁਹਾਨੂੰ ਸੱਦਾ ਦੇਣ ਦੀ ਕੀ ਜ਼ਰੂਰਤ ਆ? ਮੈਂ ਗੁੱਸੇ ਨਾਲ ਕਿਹਾ। ਹੁਣ ਤੱਕ ਜੋ ਕੁਝ ਹੋਇਆ ਉਹ ਕੀ ਘੱਟ ਸੀ ਜਿਹੜਾ ਹੁਣ ਹੋਰ ਕੁਝ ਕਰਨਾ ਆ? ਅੱਛਾ ਠੀਕ ਆ, ਮੈਂ ਵਿਆਹ ਵਾਲੇ ਦਿਨ ਆ ਜਾਵਾਂਗਾ। ਵਿਆਹ ਵਾਲੇ ਦਿਨ ਮੈਂ ਲਾਲ ਰੰਗ ਦਾ ਸੂਟ ਪਾਇਆ ਜਿਹੜਾ ਮੈਨੂੰ ਰੋਹਨ ਨੇ ਗਿਫਟ ਕੀਤਾ ਸੀ। ਮੈਨੂੰ ਲੱਗਿਆ ਕਿ ਉਹ ਜ਼ਰੂਰ ਆਵੇਗਾ। ਮੈਂ ਉਸ ਦੀ ਸਾਰਾ ਦਿਨ ਉਡੀਕ ਕਰਦੀ ਰਹੀ, ਪਰ ਉਹ ਨਹੀਂ ਆਇਆ ਤੇ ਨਾ ਹੀ ਉਸ ਨੇ ਫੋਨ ਕੀਤਾ। ਇੱਕ ਪਾਸੇ ਮੇਰੀ ਛੋਟੀ ਭੈਣ ਦੀ ਵਿਦਾਈ ਤੇ ਦੂਜੇ ਪਾਸੇ ਆਪਣੇ ਦੁੱਖ ਦੇ ਬਾਰੇ ਸੋਚ ਕੇ ਮੈਂ ਆਪਣੀ ਮਾਂ ਦੇ ਗਲ ਲੱਗ ਕੇ ਬਹੁਤ ਰੋਈ। ਦੂਜੇ ਦਿਨ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਆਪਣੇ ਘਰ ਜਾਣਾ ਆ।
ਇਹ ਸੁਣ ਕੇ ਮਾਂ ਗੁੱਸੇ ਹੋਣ ਲੱਗੀ ਤੇ ਬੋਲੀ ਕਿ ਉਸ ਇਨਸਾਨ ਕੋਲ ਤੇਰੇ ਲਈ ਵਕਤ ਨਹੀਂ ਆ, ਉਸ ਨੂੰ ਤੇਰੀ ਕੋਈ ਪਰਵਾਹ ਨਹੀਂ ਆ, ਤੂੰ ਚੁੱਪਚਾਪ ਬੈਠੀ ਰਹਿ। ਹੁਣ ਜੋ ਕੁਝ ਵੀ ਕਰਨਗੇ ਤੇਰੇ ਪਾਪਾ ਹੀ ਕਰਨਗੇ। ਸਾਰਾ ਦਿਨ ਮੈਂ ਰੋਹਨ ਨੂੰ ਫੋਨ ਲਗਾਉਂਦੀ ਰਹੀ, ਪਰ ਉਸ ਦਾ ਫੋਨ ਬੰਦ ਆ ਰਿਹਾ ਸੀ। ਮੈਨੂੰ ਲੱਗ ਰਿਹਾ ਸੀ ਕਿ ਹੁਣ ਸਾਡਾ ਰਿਸ਼ਤਾ ਖਤਮ ਹੋਣ ਵਾਲਾ ਆ। ਇੰਨੇ ਨੂੰ ਫੋਨ ਦੀ ਬੈਲ ਵੱਜੀ ਤਾਂ ਵੇਖਿਆ ਰੋਹਨ ਦਾ ਹੀ ਫੋਨ ਸੀ। ਮੈਂ ਫੋਨ ਚੁੱਕਿਆ ਤਾਂ ਰੋਹਨ ਕਹਿਣ ਲੱਗੇ ਕਿ ਹੈਲੋ ਸ਼ੀਤਲ, ਸਭ ਕੁਝ ਖਤਮ ਹੋ ਗਿਆ ਆ। ਮੈਂ ਕਿਹਾ ਕੀ ਹੋਇਆ, ਦੱਸੋ ਤਾਂ ਸਹੀ। ਉਹ ਰੋਂਦੇ ਹੋਏ ਕਹਿਣ ਲੱਗੇ ਪਰਸੋਂ ਰਾਤ ਚਾਚਾ ਤੇ ਚਾਚੀ ਦਾ ਐਕਸੀਡੈਂਟ ਹੋ ਗਿਆ। ਚਾਚਾ ਤਾਂ ਮੌਕੇ ਤੇ ਹੀ ਪੂਰਾ ਹੋ ਗਿਆ ਤੇ ਚਾਚੀ ਹਸਪਤਾਲ ਵਿੱਚ ਆ। ਮੇਰੇ ਤਾਂ ਦਿਮਾਗ ਨੇ ਜਿਵੇਂ ਕੰਮ ਕਰਨਾ ਹੀ ਬੰਦ ਕਰ ਦਿੱਤਾ ਸੀ। ਮੈਂ ਇਹ ਸਭ ਆਪਣੇ ਘਰਦਿਆਂ ਨੂੰ ਦੱਸਿਆ ਤਾਂ ਸਭ ਆਪਣੇ ਗੁੱਸੇ ਨੂੰ ਇੱਕ ਪਾਸੇ ਰੱਖ ਕੇ ਮੇਰੇ ਨਾਲ ਹਸਪਤਾਲ ਪਹੁੰਚ ਗਏ। ਚਾਚੀ ਦੀ ਹਾਲਤ ਬਹੁਤ ਖਰਾਬ ਸੀ। ਚਾਚੀ ਕੋਮਾ ਵਿੱਚ ਚਲੀ ਗਈ। ਕਈ ਦਿਨਾਂ ਤੋਂ ਉਸ ਦਾ ਇਲਾਜ ਚੱਲ ਰਿਹਾ ਸੀ ਤੇ ਉਸ ਦੀ ਸੇਵਾ ਲਈ ਮੈਂ ਹਸਪਤਾਲ ਵਿੱਚ ਹੀ ਰੁਕ ਗਈ। ਇਹ ਸਭ ਵੇਖ ਕੇ ਰੋਹਨ ਵਿੱਚ ਬਦਲਾਅ ਦਿਖਣ ਲੱਗਿਆ ਸੀ। ਉਹ ਹੁਣ ਮੈਨੂੰ ਫਿਰ ਤੋਂ ਪਿਆਰ ਕਰਨ ਲੱਗ ਪਿਆ। 1 ਮਹੀਨੇ ਬਾਅਦ ਚਾਚੀ ਨੂੰ ਹਸਪਤਾਲ ਵਿੱਚੋਂ ਡਿਸਚਾਰਜ ਕੀਤਾ ਗਿਆ। ਹੁਣ ਉਹਨਾਂ ਦੀ ਹਾਲਤ ਵਿੱਚ ਕੁਝ ਸੁਧਾਰ ਹੋ ਗਿਆ ਸੀ, ਪਰ ਉਹ ਅਜੇ ਬੋਲਣ ਦੀ ਸਥਿਤੀ ਵਿੱਚ ਨਹੀਂ ਸੀ। ਉਸ ਨੂੰ ਆਪਣੇ ਪਤੀ ਦੀ ਮੌਤ ਦੇ ਬਾਰੇ ਵੀ ਪਤਾ ਚੱਲ ਗਿਆ ਸੀ। ਚਾਚੀ ਦੇ ਪੇਕਿਆਂ ਵਿੱਚ ਵੀ ਕੋਈ ਨਹੀਂ ਸੀ, ਇਸ ਲਈ ਘਰ ਵੀ ਮੈਨੂੰ ਹੀ ਉਸ ਦੀ ਸੇਵਾ ਕਰਨੀ ਪੈਂਦੀ ਸੀ। ਇਸੇ ਦੌਰਾਨ ਮੈਨੂੰ ਪਤਾ ਚੱਲਿਆ ਕਿ ਮੈਂ ਪ੍ਰੈਗਨੈਂਟ ਹਾਂ। ਜਦ ਇਹ ਗੱਲ ਮੈਂ ਰੋਹਨ ਨੂੰ ਦੱਸੀ ਤਾਂ ਉਹ ਬਹੁਤ ਖੁਸ਼ ਹੋਏ ਤੇ ਜਾ ਕੇ ਆਪਣੀ ਚਾਚੀ ਦੇ ਹੱਥਾਂ ਨੂੰ ਚੁੰਮਣ ਲੱਗਿਆ। ਜਿਵੇਂ ਇਵੇਂ ਲੱਗਿਆ ਕਿ ਉਹ ਥੋੜ੍ਹਾ ਜਿਹਾ ਮੁਸਕਰਾਈ। ਇਸ ਦਾ ਮਤਲਬ ਇਹ ਬੋਲ ਤਾਂ ਨਹੀਂ ਸਕਦੀ ਸੀ। ਇਸ ਤਰ੍ਹਾਂ ਖਬਰ ਸੁਣ ਕੇ ਉਹ ਵੀ ਖੁਸ਼ ਸੀ। ਮੈਨੂੰ ਹੁਣ 7ਵਾਂ ਮਹੀਨਾ ਲੱਗ ਚੁੱਕਿਆ ਸੀ। ਇਸ ਵਿੱਚ ਮੈਨੂੰ ਇਹ ਲੱਗਿਆ ਕਿ ਰੋਹਨ ਫਿਰ ਤੋਂ ਆਪਣੀ ਚਾਚੀ ਦੇ ਕਰੀਬ ਜਾ ਰਿਹਾ ਆ। ਪ੍ਰੈਗਨੈਂਸੀ ਦੇ ਕਾਰਨ ਮੈਂ ਥੋੜ੍ਹਾ ਬਹੁਤਾ ਜ਼ਰੂਰੀ ਕੰਮ ਕਰਕੇ ਆਪਣੇ ਕਮਰੇ ਵਿੱਚ ਹੀ ਜ਼ਿਆਦਾ ਸਮਾਂ ਰਹਿੰਦੀ ਸੀ। ਰੋਹਨ ਜਦ ਆਫਿਸ ਤੋਂ ਆਉਂਦੇ ਤਾਂ ਉਹ ਆਪਣੀ ਚਾਚੀ ਲਈ ਜੂਸ ਲੈ ਕੇ ਆਉਂਦੇ। ਮੈਂ ਖੁਦ ਆਪਣੀ ਚਾਚੀ ਨੂੰ ਜੂਸ ਪਿਲਾ ਕੇ ਆਪਣੇ ਕਮਰੇ ਵਿੱਚ ਆਉਂਦੀ ਤੇ ਫਿਰ ਅਸੀਂ ਦੋਨੋਂ ਖਾਣਾ ਖਾਂਦੇ। ਮੈਂ ਸਵੇਰੇ ਦੇਰ ਨਾਲ ਉੱਠਦੀ ਤਾਂ ਰੋਹਨ ਮੇਰੇ ਉੱਠਣ ਤੋਂ ਪਹਿਲਾਂ ਹੀ ਨਾਸ਼ਤਾ ਤਿਆਰ ਕਰ ਲੈਂਦੇ ਸਨ। ਮੇਰੇ ਨਾਲ ਨਾਸ਼ਤਾ ਕਰਕੇ ਉਹ ਆਫਿਸ ਲਈ ਨਿਕਲ ਜਾਂਦੇ। ਇੱਕ ਦਿਨ ਮੇਰੇ ਪੇਟ ਵਿੱਚ ਬਹੁਤ ਦਰਦ ਸੀ, ਇਸ ਲਈ ਮੇਰੀ ਜਲਦੀ ਅੱਖ ਖੁੱਲ੍ਹ ਗਈ। ਰੋਹਨ ਨੂੰ ਲੱਗਿਆ ਕਿ ਮੈਂ ਸੌਂ ਰਹੀ ਹਾਂ, ਇਸ ਲਈ ਉਹ ਚੁੱਪਚਾਪ ਕਮਰੇ 'ਚੋਂ ਬਾਹਰ ਨਿਕਲ ਗਏ। ਉਸ ਦੇ ਕਮਰੇ ਵਿੱਚੋਂ ਜਾਣ ਤੋਂ ਬਾਅਦ ਜਦ ਮੈਂ ਵੀ ਬਾਹਰ ਜਾਣ ਲੱਗੀ ਤਾਂ ਵੇਖਿਆ ਕਿ ਉਹ ਆਪਣੀ ਚਾਚੀ ਦੇ ਕਮਰੇ ਵਿੱਚ ਜਾ ਰਿਹਾ ਸੀ ਤੇ ਫਿਰ ਉਸ ਨੇ ਅੰਦਰ ਤੋਂ ਦਰਵਾਜ਼ਾ ਬੰਦ ਕਰ ਲਿਆ। ਇਹ ਵੇਖ ਕੇ ਮੈਨੂੰ ਬੜੀ ਹੈਰਾਨੀ ਹੋਈ। ਮੈਂ ਕਾਫੀ ਦੇਰ ਤੱਕ ਉੱਥੇ ਹੀ ਖੜੀ ਰਹੀ, ਫਿਰ ਆ ਕੇ ਆਪਣੇ ਕਮਰੇ ਵਿੱਚ ਲੇਟ ਗਈ। ਰੋਹਨ ਦਾ ਇਹ ਪਾਗਲਪਨ ਮੇਰੀ ਸਮਝ ਤੋਂ ਤਾਂ ਪਰੇ ਸੀ। ਪਹਿਲਾਂ ਤਾਂ ਚਾਚੀ ਠੀਕ ਠਾਕ ਸੀ, ਪਰ ਹੁਣ ਤਾਂ ਉਹ ਇੱਕ ਅਪਾਹਜ ਦੀ ਤਰ੍ਹਾਂ ਬੈੱਡ 'ਤੇ ਪਈ ਸੀ। ਫਿਰ ਰੋਹਨ ਅੰਦਰ ਕਮਰੇ ਵਿੱਚ ਉਸ ਦੇ ਨਾਲ ਕੀ ਕਰਦਾ ਸੀ? ਕਿਤੇ ਐਵੇਂ ਤਾਂ ਨਹੀਂ ਕਿ ਉਹ ਪੂਰੀ ਤਰ੍ਹਾਂ ਨਾਲ ਠੀਕ ਹੋ ਗਈ ਹੋਵੇ ਤੇ ਬਿਮਾਰ ਹੋਣ ਦਾ ਨਾਟਕ ਕਰ ਰਹੀ ਹੋਵੇ ਤਾਂ ਕਿ ਇਹਨਾਂ ਦੋਨਾਂ ਦਾ ਸੱਚ ਮੇਰੇ ਸਾਹਮਣੇ ਨਾ ਜਾਵੇ। ਅੱਗੇ ਦੇ ਕਈ ਦਿਨ ਮੈਂ ਠੀਕ ਤਰ੍ਹਾਂ ਨਹੀਂ ਸੌਂ ਸਕੀ ਸੀ। ਹੁਣ ਮੈਂ ਰੋਜ਼ ਉਸ ਨੂੰ ਆਪਣੀ ਚਾਚੀ ਦੇ ਕਮਰੇ ਵਿੱਚ ਜਾਂਦੇ ਵੇਖਦੀ। ਮੇਰੀ ਗਹਿਰੀ ਨੀਂਦ ਵਿੱਚ ਸੌਂ ਜਾਣ ਤੋਂ ਬਾਅਦ ਉਹ ਆਪਣੀ ਚਾਚੀ ਦੇ ਕਮਰੇ ਵਿੱਚ ਜਾਂਦਾ ਤੇ ਅੱਧੇ ਘੰਟੇ ਬਾਅਦ ਵਾਪਸ ਆ ਕੇ ਮੇਰੇ ਕੋਲ ਬੈੱਡ 'ਤੇ ਲੇਟ ਜਾਂਦਾ। ਮੇਰੀ ਡਿਲੀਵਰੀ ਹੋਣ ਵਿੱਚ ਕੁਝ ਹੀ ਦਿਨ ਬਾਕੀ ਸਨ। ਮੈਂ ਹੁਣ ਸੋਚ ਲਿਆ ਸੀ ਕਿ ਮੈਂ ਹੁਣ ਇਹਨਾਂ ਦੀ ਰਾਸਲੀਲਾ ਜ਼ਿਆਦਾ ਦੇਰ ਤੱਕ ਸਹਿਣ ਨਹੀਂ ਕਰ ਸਕਦੀ। ਡਿਲੀਵਰੀ ਤੋਂ ਬਾਅਦ ਤਾਂ ਮੈਂ 1 ਹਫ਼ਤੇ ਤੱਕ ਬਾਹਰ ਨਹੀਂ ਆ ਸਕਾਂਗੀ, ਇਸ ਲਈ ਮੈਂ ਡਿਲੀਵਰੀ ਤੋਂ ਪਹਿਲਾਂ ਹੀ ਇਹਨਾਂ ਨੂੰ ਰੰਗੇ ਹੱਥੀਂ ਫੜਨ ਦਾ ਸੋਚ ਰਹੀ ਸੀ। ਰਾਤ ਨੂੰ ਜਦ ਰੋਹਨ ਘਰ ਆਇਆ ਤਾਂ ਰੋਜ਼ ਦੀ ਤਰ੍ਹਾਂ ਉਸ ਨੇ ਮੈਨੂੰ ਜੂਸ ਫੜਾਉਂਦੇ ਹੋਏ ਕਿਹਾ ਕਿ ਇਹ ਲੈ ਜੂਸ ਚਾਚੀ ਨੂੰ ਪਿਲਾ ਦੇ, ਫਿਰ ਆਪਾਂ ਦੋਨੋਂ ਖਾਣਾ ਖਾਂਦੇ ਹਾਂ। ਮੈਂ ਕਿਹਾ ਕਿ ਅੱਜ ਮੇਰੀ ਤਬੀਅਤ ਠੀਕ ਨਹੀਂ ਹੈ, ਇਸ ਲਈ ਤੁਸੀਂ ਹੀ ਪਿਲਾਓ। ਇਸ ਤਰ੍ਹਾਂ ਕਹਿ ਕੇ ਮੈਂ ਬੈੱਡ 'ਤੇ ਲੇਟ ਗਈ। ਫਿਰ ਉਸ ਨੇ ਜੂਸ ਦਾ ਗਲਾਸ ਚੁੱਕਿਆ ਤੇ ਚਾਚੀ ਦੇ ਕਮਰੇ ਵਿੱਚ ਚਲਾ ਗਿਆ ਤੇ ਅੰਦਰ ਤੋਂ ਦਰਵਾਜ਼ਾ ਬੰਦ ਕਰ ਲਿਆ। ਕਰੀਬ 10 ਮਿੰਟ ਬਾਅਦ ਉਹ ਵਾਪਸ ਆਇਆ। ਫਿਰ ਕਮਰੇ ਵਿੱਚ ਆ ਕੇ ਮੈਨੂੰ ਕਹਿਣ ਲੱਗਿਆ ਕਿ ਤੂੰ ਉੱਠ ਜਾ ਤੇ ਥੋੜ੍ਹਾ ਬਹੁਤਾ ਕੁਝ ਖਾ ਲੈ। ਮੈਨੂੰ ਵੀ ਭੁੱਖ ਲੱਗੀ ਸੀ। ਮੇਰੀ ਭੁੱਖ ਤਾਂ ਵੈਸੇ ਹੀ ਮਰ ਚੁੱਕੀ ਸੀ, ਪਰ ਪੇਟ ਵਿੱਚ ਪਲ ਰਹੇ ਬੱਚੇ ਦੇ ਖਾਤਰ ਮੈਨੂੰ ਖਾਣਾ ਪਿਆ। ਰੋਹਨ ਮੈਨੂੰ ਕਹਿਣ ਲੱਗੇ ਕਿ ਕੱਲ੍ਹ ਆਪਾਂ ਹਸਪਤਾਲ ਜਾਣਾ ਹੈ। ਚਾਚੀ ਦੀ ਤਬੀਅਤ ਫਿਰ ਤੋਂ ਖਰਾਬ ਹੋਣ ਲੱਗੀ ਹੈ। ਮੈਂ ਕੱਲ੍ਹ ਆਫਿਸ ਤੋਂ ਛੁੱਟੀ ਲੈ ਲਈ ਹੈ। ਤੁਸੀਂ ਕਿੰਨੇ ਵਜੇ ਤੱਕ ਜਾਓਗੇ? ਸਵੇਰੇ ਜਲਦੀ ਹੀ ਨਿਕਲਾਂਗੇ। ਚਾਚੀ ਦੇ ਕੁਝ ਟੈਸਟ ਵੀ ਕਰਵਾਉਣੇ ਨੇ ਤੇ ਆਉਣ ਵਿੱਚ ਵੀ ਦੇਰ ਹੋ ਜਾਵੇਗੀ। ਦੂਜੇ ਦਿਨ ਰੋਹਨ ਨੇ ਨਾਸ਼ਤਾ ਕੀਤਾ ਤੇ ਉਹ ਦੋਨੋਂ ਹਸਪਤਾਲ ਲਈ ਨਿਕਲ ਗਏ। ਉਹਨਾਂ 'ਤੇ ਜਾਣ ਤੋਂ ਬਾਅਦ ਮੈਂ ਬਾਜ਼ਾਰ ਵਿੱਚ ਗਈ ਤੇ ਇੱਕ ਛੋਟਾ ਜਿਹਾ ਕੈਮਰਾ ਲੈ ਆਈ ਤੇ ਚਾਚੀ ਦੇ ਕਮਰੇ ਵਿੱਚ ਇੱਕ ਅਜਿਹੀ ਜਗ੍ਹਾ 'ਤੇ ਲੁਕੋ ਕੇ ਰੱਖ ਦਿੱਤਾ ਜਿੱਥੋਂ ਸਾਰਾ ਕਮਰੇ ਦਾ ਦ੍ਰਿਸ਼ ਸਾਫ਼ ਦਿਖਾਈ ਦਿੰਦਾ ਹੋਵੇ। ਫਿਰ ਉਸ ਕਮਰੇ ਨੂੰ ਮੈਂ ਆਪਣੇ ਫੋਨ ਨਾਲ ਕਨੈਕਟ ਕਰ ਲਿਆ ਸੀ। ਇਹ ਸਭ ਕਰਦੇ ਕਰਦੇ
ਮੈਨੂੰ ਕਾਫੀ ਟਾਈਮ ਲੱਗ ਗਿਆ ਸੀ। ਅੱਜ ਮੈਂ ਬਹੁਤ ਖੁਸ਼ ਸੀ ਕਿ ਮੈਨੂੰ ਉਹਨਾਂ ਦੇ ਦੋਨਾਂ ਦੇ ਖਿਲਾਫ ਸਬੂਤ ਮਿਲਣ ਵਾਲੇ ਨੇ। ਉਹਨਾਂ ਨੂੰ ਹਸਪਤਾਲ 'ਚੋਂ ਆਉਂਦੇ ਹੋਏ ਸ਼ਾਮ ਹੋ ਗਈ ਸੀ। ਜਦੋਂ ਵਾਪਸ ਆਏ ਤਾਂ ਰੋਹਨ ਨੇ ਮੈਨੂੰ ਸਮਝਾਇਆ ਕਿ ਕਿਹੜੀ ਦਵਾਈ ਕਦੋਂ ਦੇਣੀ ਆ। ਉਸ ਦੇ ਹਾਵ ਭਾਵ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਉਹ ਉਸ ਦੀ ਚਾਚੀ ਨਹੀਂ ਸਗੋਂ ਉਸ ਦੀ ਪਤਨੀ ਹੋਵੇ। ਰਾਤ ਨੂੰ ਖੁਦ ਰੋਹਨ ਆਪਣੀ ਚਾਚੀ ਦੇ ਲਈ ਜੂਸ ਅਤੇ ਦਵਾਈ ਲੈ ਕੇ ਗਏ। ਉਹ ਅੱਧੇ ਘੰਟੇ ਤੋਂ ਬਾਅਦ ਵਾਪਸ ਆਏ ਤੇ ਖਾਣਾ ਖਾ ਕੇ ਫਿਰ ਅਸੀਂ ਦੋਨੋਂ ਸੌਂ ਗਏ। ਦੂਜੇ ਦਿਨ ਨਾਸ਼ਤਾ ਕਰਕੇ ਰੋਹਨ ਆਪਣੇ ਆਫਿਸ ਲਈ ਨਿਕਲ ਗਏ। ਉਹਨਾਂ ਦੇ ਜਾਣ ਤੋਂ ਬਾਅਦ ਮੈਂ ਆਪਣਾ ਫੋਨ ਵੇਖਿਆ। ਉਹ ਰਿਕਾਰਡਿੰਗ ਦੇਖਣ ਤੋਂ ਬਾਅਦ ਤਾਂ ਮੇਰੇ ਹੋਸ਼ ਹੀ ਉੱਡ ਗਏ ਸਨ। ਰੋਹਨ ਆਪਣੀ ਚਾਚੀ ਦੇ ਕਮਰੇ ਵਿੱਚ ਗਿਆ ਤੇ ਉਸ ਨੂੰ ਚੁੱਕ ਕੇ ਵੀਲਚੇਅਰ 'ਤੇ ਬਿਠਾਇਆ। ਬੈੱਡ ਤੋਂ ਗੰਦੀ ਚਾਦਰ ਹਟਾ ਕੇ ਉਸ ਉੱਤੇ ਸਾਫ਼ ਸੁਥਰੀ ਚਾਦਰ ਵਿਛਾਈ। ਫਿਰ ਉਹ ਬਾਥਰੂਮ ਵਿੱਚ ਗੰਦੀ ਚਾਦਰ ਨੂੰ ਲਿਜਾ ਕੇ ਧੋਣ ਲੱਗਿਆ ਤੇ ਉੱਥੇ ਹੀ ਰੱਸੀ 'ਤੇ ਲਟਕਾ ਦਿੱਤੀ। ਉਸ ਨੇ ਫਿਰ ਚਾਚੀ ਦੀ ਗੰਦੀ ਸਲਵਾਰ ਵੀ ਬਦਲੀ ਤੇ ਉਸ ਨੂੰ ਵੀ ਧੋ ਕੇ ਸੁੱਕਣ ਲਈ ਟੰਗ ਦਿੱਤਾ। ਹੁਣ ਰੋਜ਼ ਇਹੀ ਕੰਮ ਹੋ ਗਿਆ ਸੀ। ਰੋਹਨ ਆਪਣੇ ਆਫਿਸ ਨੂੰ ਚਲੇ ਜਾਂਦੇ ਤੇ ਮੈਂ ਬਾਅਦ ਵਿੱਚ ਫੋਨ ਵਿੱਚ ਰਿਕਾਰਡਿੰਗ ਦੇਖਣ ਲੱਗ ਜਾਂਦੀ ਤੇ ਰੋਹਨ ਦਾ ਵੀ ਰੋਜ਼ ਦਾ ਉਹੀ ਕੰਮ ਸੀ। ਉਹ ਜੋ ਕੁਝ ਆਪਣੀ ਚਾਚੀ ਨਾਲ ਕਰ ਰਿਹਾ ਸੀ ਉਹ ਜਾਂ ਤਾਂ ਇੱਕ ਪਤੀ ਕਰ ਸਕਦਾ ਜਾਂ ਫਿਰ ਇੱਕ ਬੇਟਾ ਆਪਣੀ ਮਾਂ ਦੀ ਇੰਨੀ ਸੇਵਾ ਕਰ ਸਕਦਾ ਆ। ਕੁਝ ਦਿਨਾਂ ਬਾਅਦ ਮੇਰੀ ਡਿਲੀਵਰੀ ਹੋਈ ਤੇ ਮੈਂ ਇੱਕ ਪਿਆਰੇ ਜਿਹੇ ਬੱਚੇ ਨੂੰ ਜਨਮ ਦਿੱਤਾ। ਮੇਰਾ ਖਿਆਲ ਰੱਖਣ ਲਈ ਮੇਰੀ ਮਾਂ ਸਾਡੇ ਘਰ ਆ ਗਈ। ਇੱਕ ਦਿਨ ਮੈਂ ਉਹ ਵੀਡੀਓ ਆਪਣੀ ਮਾਂ ਨੂੰ ਵਿਖਾਈ। ਮੇਰੀ ਮਾਂ ਤਾਂ ਸਿਰ ਫੜ ਕੇ ਬੈਠ ਗਈ। ਉਹ ਕਹਿਣ ਲੱਗੀ ਕਿ ਤੂੰ ਤਾਂ ਬਹੁਤ ਭੋਲੀ ਆ, ਇਹ ਸਭ ਤਾਂ ਇੱਕ ਪਤੀ ਹੀ ਕਰ ਸਕਦਾ ਆ। ਮੇਰੀ ਬੇਟੀ ਹੁਣ 1 ਮਹੀਨੇ ਦੀ ਹੋ ਗਈ ਸੀ। ਕੁਝ ਦਿਨਾਂ ਬਾਅਦ ਮੇਰੀ ਮਾਂ ਆਪਣੇ ਘਰ ਵਾਪਸ ਚਲੀ ਗਈ ਤੇ ਉਹ ਮੈਨੂੰ ਵੀ ਆਪਣੇ ਨਾਲ ਲੈ ਜਾਣ ਲਈ ਜਿੱਦ ਕਰ ਲੱਗੀ ਸੀ। ਉਸੇ ਦਿਨ ਚਾਚੀ ਦੀ ਤਬੀਅਤ ਬਹੁਤ ਜ਼ਿਆਦਾ ਵਿਗੜ ਗਈ ਤੇ ਦੂਜੇ ਦਿਨ ਉਸ ਦੀ ਮੌਤ ਹੋ ਗਈ। ਰੋਹਨ ਪੂਰੀ ਤਰ੍ਹਾਂ ਟੁੱਟ ਗਿਆ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸਨੇ ਆਪਣੀ ਸਗੀ ਮਾਂ ਹੀ ਖੋ ਦਿੱਤੀ ਹੋਵੇ। ਕੁਝ ਦਿਨਾਂ ਬਾਅਦ ਮੈਂ ਰੋਹਨ ਦਾ ਮੂਡ ਵੇਖ ਕੇ ਉਸ ਨੂੰ ਪੁੱਛਿਆ ਕਿ ਤੁਸੀਂ ਆਪਣੀ ਚਾਚੀ ਦੇ ਗੰਦੇ ਕੱਪੜੇ ਖੁਦ ਕਿਉਂ ਧੋਂਦੇ ਸੀ। ਇਹ ਸੁਣਦੇ ਹੀ ਉਹਨਾਂ ਨੇ ਮੇਰੇ ਵੱਲ ਵੇਖਿਆ ਤੇ ਕਹਿਣ ਲੱਗੇ, ਮੈਂ ਬਚਪਨ ਵਿੱਚ ਬਹੁਤ ਦੁੱਖ ਵੇਖੇ ਨੇ। ਬਚਪਨ ਵਿੱਚ ਹੀ ਮੇਰੀ ਮਾਂ ਦੀ ਮੌਤ ਹੋ ਗਈ ਸੀ ਤੇ ਮੇਰੇ ਪਾਪਾ ਨੇ ਦੂਜਾ ਵਿਆਹ ਕਰਵਾ ਲਿਆ ਸੀ। ਜਦ ਮੇਰੇ ਪਾਪਾ ਦੀ ਵੀ ਮੌਤ ਹੋ ਗਈ ਤਾਂ ਮੇਰੀ ਸੌਤੇਲੀ ਮਾਂ ਨੇ ਸਾਰੀ ਜਾਇਦਾਦ ਆਪਣੇ ਨਾਮ ਕਰਵਾ ਕੇ ਮੈਨੂੰ ਘਰ ਤੋਂ ਕੱਢ ਦਿੱਤਾ। ਮੈਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪਈਆਂ। ਮੇਰੇ ਚਾਚੇ ਨੇ ਮਜ਼ਦੂਰੀ ਕਰਕੇ ਮੈਨੂੰ ਪੜ੍ਹਾਇਆ। ਫਿਰ ਮੇਰੇ ਚਾਚੇ ਦਾ ਵਿਆਹ ਮੇਰੀ ਚਾਚੀ ਨਾਲ ਹੋ ਗਿਆ। ਉਹ ਆਪਣੇ ਮਾਂ-ਬਾਪ ਦੀ ਇਕਲੌਤੀ ਔਲਾਦ ਸੀ। ਸਾਰੀ ਜਾਇਦਾਦ ਮੇਰੀ ਚਾਚੀ ਨੂੰ ਹੀ ਆਉਂਦੀ ਸੀ। ਮੇਰੀ ਚਾਚੀ ਨੇ ਆਪਣੀ ਸਾਰੀ ਜਾਇਦਾਦ ਮੇਰੇ ਚਾਚੇ ਦੇ ਨਾਮ ਕਰ ਦਿੱਤੀ। ਉਹਨਾਂ ਨੇ ਮੇਰਾ ਪਾਲਣ ਪੋਸ਼ਣ ਇੱਕ ਮਾਂ ਦੀ ਤਰ੍ਹਾਂ ਕੀਤਾ। ਮੇਰੀ ਚਾਚੀ ਨੇ ਕਦੇ ਮੈਨੂੰ ਮਾਂ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ। ਕੁਝ ਸਾਲ ਪਹਿਲਾਂ ਮੈਂ ਕਾਫੀ ਬਿਮਾਰ ਹੋ ਗਿਆ ਸੀ ਤੇ 1 ਮਹੀਨਾ ਮੰਜੇ 'ਤੇ ਪਿਆ ਰਿਹਾ। ਉਸ ਸਮੇਂ ਮੇਰੀ ਚਾਚੀ ਨੇ ਮੇਰਾ ਬਹੁਤ ਖਿਆਲ ਰੱਖਿਆ। ਜੇ ਉਸ ਦੀ ਥਾਂ ਕੋਈ ਹੋਰ ਔਰਤ ਹੁੰਦੀ ਤਾਂ ਉਹ ਸ਼ਾਇਦ ਮੇਰੇ ਗੰਦੇ ਕੱਪੜਿਆਂ ਨੂੰ ਹੱਥ ਵੀ ਨਾ ਲਾਉਂਦੀ, ਪਰ ਮੈਂ ਉਹਨਾਂ ਦੀ ਓਨੀ ਸੇਵਾ ਨਹੀਂ ਕਰ ਸਕਿਆ ਤੇ ਉਹਨਾਂ ਨੂੰ ਬਚਾ ਨਾ ਸਕਿਆ। ਇੰਨਾ ਕਹਿ ਕੇ ਉਹ ਮੇਰੇ ਮੋਢੇ 'ਤੇ ਸਿਰ ਰੱਖ ਕੇ ਰੋਣ ਲੱਗੇ। ਉਹਨਾਂ ਨੂੰ ਵੇਖ ਕੇ ਮੈਂ ਵੀ ਰੋਣ ਲੱਗੀ ਤੇ ਮਨ ਹੀ ਮਨ ਬਹੁਤ ਸ਼ਰਮਿੰਦਾ ਹੋਈ ਕਿ ਮੈਂ ਉਹਨਾਂ ਬਾਰੇ ਕਿੰਨਾ ਗਲਤ ਸੋਚਦੀ ਰਹੀ। ਹੁਣ ਅਸੀਂ ਦੋਨੋਂ ਆਪਣੇ ਬੱਚੇ ਦੇ ਨਾਲ ਖੁਸ਼ੀ-ਖੁਸ਼ੀ ਰਹਿ ਰਹੇ ਹਾਂ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ।